श्री वाहिगुरु जी तुद आगे अरदास हमारी। जियो पिंड सब तेरा कहो नानक सब तेरी वड्याई। कोई नाउ न जाने मेरा जेता जियो पिंड सब तेरा। तू अंतरजामी पुरख भगवान दासन दास कह जन नानक। जेहा तू कराए त्यों करी वखियान। नाले सुख मिलदा नाले शोभा शरण तेरी आया चल के। सुख मिलदा नाले शोभा शरण तेरी आया चल के।
ਤੇਰੀ ਆਇਆ ਚੱਲ ਕੇ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ। चिंता लाय हमारी, तुमरी शरण तुम्हारी आशा। तुम ही सज्जन सुहेले, राखो राखण हार दयाला। नानक करके गोले, जो शरण आवे तिस कंठ लावे। हे बिरद स्वामी संदा, सानू रख लो बना के गोले। सहबा कर अपने दे, रख लो बना के गोले। सहबा कर अपने दे, रख लो बना के गोले। सहबा कर अपने दे, सानू रख लो बना के गोले। सहबा कर रख लो बना के गोले। बादर अपने दे, रख लो बना के गोले। सहबा कर अपने दे, सानू रख लो बना के गोले। सहबा कर अपने दे, रख लो बना के गोले। सहबा कर अपने दे, तू रख लो बना के गोले। सहबा कर अपने दे, बना के गोले। सहबा कर अपने लो बना के गोले। सहबा कर अपने दे, सहबा कर जी अपने दे। सहबा कर जी अपने दे, ओ सहबा कर जी अपने दे। आ सहबा कर जी अपने दे, हर जी अपने दे। ओ सहबा कर जी अपने दे, सहबा कर जी अपने दे। सहबा कर जी अपने दे, ओ सहबा कर जी अपने दे। आ सहबा कर जी अपने दे, सहबादार जी अपने दे। ओ सहबादार जी अपने दे, रख लो बना के गोले। सहबा कर अपने दे, सानू रख लो बना के गोले। सहबा कर अपने दे, रख लो बना के गोले। सहबादार अपने दे, सानू रख लो बना के
लो बना के बोले सेवादार अपने दे। परम सत्कार। गुरु रूप गुरु खालसा साध संगत जी जितने आप ਗੁਰ ਚਰਨਾਂ ਦੇ ਵਿੱਚ ਪੂਰਮਾ ਸ਼ੁਭ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਪਹੁੰਚਿਓ ਤੇ ਗੁਰੂ ਚਰਨਾਂ ਦੀ ਹਾਜ਼ਰੀਆਂ ਲਵਾ ਕੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਾ ਬਣਾ ਰਹੇ ਹੋ। ਵੱਡੇ ਭਾਗਾਂ ਵਾਲੇ ਹੋ। ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਆ ਤੇ ਪੂਰਮਾ ਸ਼ੁਭ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਤੇ ਮਹਾਂਪੁਰਖਾਂ ਦੀ ਜੋ ਨਿੱਘੀ ਯਾਦ ਬਰਸੀ ਸਮਾਗਮ ਕਈ ਰੋਜ਼ ਤੋਂ ਪ੍ਰਾਰੰਭ ਹੈ। ਪਰਸੋਂ ਰੋਜ਼ ਤੋਂ ਲੈ ਕੇ ਪੂਰਨਮਾਸ਼ੀ ਦੇ ਅਖੰਡ ਪਾਠ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੇ ਹੁਣੇ ਹੀ ਸੰਪੂਰਨ ਭੋਗ ਪਾਏ। ਆਪ ਜੀਆਂ ਨੇ ਇਲਾਹੀ ਰੱਬੀ ਬਾਣੀ ਸਰਵਣ ਕਰਕੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਾ ਬਣਾਉਣਾ ਕੀਤਾ। ਜੋ ਬਾਕੀ ਸਮਾਂ ਹੈ ਇਹ ਵੀ ਗੁਰੂ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਾ ਬਣਾਈਏ। ਸਾਰੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਬਾਣੀ ਦੇ ਵਿੱਚ ਫਰਮਾਨ ਕਰਦੇ ਹੈ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਕਿਉਂਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਉਣ ਦੇ ਨਾਲ ਜੀਵਨ ਨੂੰ ਸਤਿਗੁਰਾਂ ਦਾ ਨਾਮ ਪਰਮੇਸ਼ਰ ਦੀ ਬਾਣੀ ਦਾ ਜਾਪ ਕਰਨ ਦੀ ਜਾਚ ਮਿਲਦੀ ਹੈ, ਦਾਤ ਪ੍ਰਾਪਤ ਹੁੰਦੀ ਹੈ। ਇਹ ਦਾਤ ਦੇ ਨਾਲ ਨਾਮ ਦੇ ਨਾਲ ਆਪਣੀ ਚਿੰਤਾ ਵੀ ਦੂਰ ਹੁੰਦੀ ਹੈ ਅਤੇ ਜਿਹੜੀ ਜੀਵ ਦੀ ਸੋਭਾ ਮਾਣ ਵੜੇ ਉਹ ਵੀ ਵੱਧਦੀ ਹੈ। ਸਤਿਗੁਰਾਂ ਦੇ ਚਰਨਾਂ ਵਿੱਚ ਆਉਣ ਕਰਕੇ ਮਨ ਨੂੰ ਸੁੱਖ ਦੀ ਪ੍ਰਾਪਤੀ ਹੈ ਤੇ ਜੀਵ ਦੀ ਜਿਹੜੀ ਸੋਭਾ ਹੈ ਉਹ ਵੀ ਗੁਰੂ ਪਾਤਸ਼ਾਹ ਜੀ ਕਹਿੰਦੇ ਸਾਰੇ ਕੀਤੀ ਹੀ ਜੈ ਜੈਕਾਰ ਹੋ ਜਾਂਦੀ। ਭਗਤ ਪਿਆਰਿਆਂ ਦੀ ਜਿਨ੍ਹਾਂ ਨਾਮ ਜਪਿਆ ਸਿਮਰਨ ਕੀਤਾ ਉਹਨਾਂ ਦੀ ਸੋਭਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਰੇ ਯੁਗਾਂ ਦੇ ਵਿੱਚ ਹਰ ਮਨ ਤਨ ਬਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਐਸੀ ਦਾਤ ਐਸਾ ਧਨ ਐਸੀ ਸੋਭਾ ਕਿਤੋਂ ਨਹੀਂ ਮਿਲਦੀ। ਜਿਹੜੀ ਸੋਭਾ ਪਰਮੇਸ਼ਰ ਦੇ ਨਾਮ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ ਉਹ ਸੋਭਾ ਹੈ ਜਿਹੜੀ ਖਤਮ ਨਹੀਂ ਹੁੰਦੀ। ਉਹ ਸੁੱਖ ਮਿਲਦੇ ਨੇ ਜਿਹੜੇ ਸੁੱਖ ਦੇ ਖਾਤਮੇ ਨਹੀਂ ਹੁੰਦੇ। ਇਸ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ, ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਆਵਰਨ ਨਾ ਸੂਝੈ ਦੂਜੀ ਠਹਾਰ, ਹਾਰ ਪਰਿਓ ਤੋ ਦੁਆਰੇ। ਐਸਾ ਦੁਬਾਰਾ ਦੁਨੀਆ ਤੇ ਕੋਈ ਨਹੀਂਗਾ ਜਿੱਥੋਂ ਸੁੱਖ ਵੀ ਮਿਲੇ ਸੋਭਾ ਵੀ ਮਿਲੇ, ਜੀਵ ਦਾ ਜੀਵਨ ਵੀ ਸਫਲਾ ਹੋਵੇ। ਸੰਸਾਰ ਤੇ ਸਾਰੇ ਦੁਬਾਰੇ ਘੁੰਮ ਫਿਰ ਕੇ ਦੇਖ ਲਓ, ਕਿਤੇ ਨਹੀਂ। ਇਸ ਕਰਕੇ ਹਾਰ ਥੱਕ ਕੇ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨ ਆਏ। ਸਾਰੇ ਦੁਆਰਿਆਂ ਤੋਂ ਫਿਰ ਫਿਰ ਕੇ ਤੇਰੀ ਸ਼ਰਨ ਵਿੱਚ ਆਏ ਹਾਂ। ਬਸ ਹੋਰ ਕੋਈ ਦੁਆਰਾ ਨਹੀਂ ਐਸਾ ਜਿੱਥੇ ਆਪਾਂ ਨੂੰ ਸਾਰੀ ਦੁਨੀਆ ਕੰਭਾਵ ਕੇ ਬਿਰਲਾਪ ਕਰਦੀ ਫਿਰਦੀ ਹੈ। ਪਰ ਗੁਰੂ ਦੇ ਦਰ ਤੇ ਆਇਆ ਮਨ ਨੂੰ ਸੁਖ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਆਵਰ ਨਾ ਸੂਝੈ ਦੂਜੀ ਠਹਾਰ। ਹੋਰ ਕੋਈ ਐਸੀ ਜਗ੍ਹਾ ਨਹੀਂ ਹੈ। ਜਿਵੇਂ ਪਾਤਸ਼ਾਹ ਜੀ ਕਹਿੰਦੇ, ਸਗਲ ਦਵਾਰ ਕੋ ਛਾੜ ਕੇ ਗਏ ਹੋ ਤੁਹਾਰੋ ਦੁਆਰ, ਵਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਹ ਪਰਮੇਸ਼ਰ ਅੱਗੇ ਬੇਨਤੀਆਂ ਕਰਨ ਦੇ ਢੰਗ ਤਰੀਕੇ ਹੈ ਵੀ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ। ਮੈਂ ਸਾਰੇ ਕੀਤੇ ਘੁੰਮ ਫਿਰ ਕੇ ਆਏ ਹਾਂ, ਪਰ ਤੁਹਾਡੇ ਵਰਗਾ ਦੁਬਾਰਾ ਦੁਨੀਆ ਤੇ ਨਹੀਂ। ਇਸ ਕਰਕੇ ਦਸ਼ਮੇਸ਼ ਪਿਤਾ ਜੀ ਫਰਮਾਨ ਕਰ ਰਹੇ ਨੇ,
ਮੈਂ ਤਾਂ ਹਾਰ ਕੇ ਦਵਾਰੇ ਤੇਰੇ ਆ ਗਿਆ, ਜਦੋਂ ਕੋਈ ਓਟ ਨਾ ਰਹੀ। ਹਾਰ ਕੇ ਦਵਾਰੇ ਤੇਰੇ ਆ ਗਿਆ, ਜਦੋਂ ਕੋਈ ਓਟ ਨਾ ਰਹੀ। ਹਾਰ ਕੇ ਦੁਆਰੇ ਤੇਰੇ ਆ ਗਿਆ, ਜਦੋਂ ਕੋਈ ਓਟ ਨਾ ਰਹੀ। ਹਾਰ ਕੇ ਦੁਆਰੇ ਤੇਰੇ ਆ ਗਿਆ, ਜਦੋਂ ਕੋਈ ਓਟ ਨਾ ਰਹੀ। ਉਹ ਕੋਈ ਓਟ ਨਾ ਰਹੀ। ਜਦੋਂ ਕੋਈ ਓਟ ਨਾ ਰਹੀ। ਹਾਰ ਕੇ ਦਵਾਰੇ ਤੇਰੇ ਆ ਗਿਆ, ਜਦੋਂ ਕੋਈ ਓਟ ਨਾ ਰਹੀ। ਮੈਂ ਤਾਂ ਹਾਰ ਕੇ ਦਵਾਰੇ ਤੇਰੇ ਆ ਗਿਆ, ਜਦੋਂ ਕੋਈ ਓਟ ਨਾ ਰਹੀ। ਹਾਰ ਕੇ ਦੁਆਰੇ ਤੇਰੇ ਆ ਗਿਆ, ਜਦੋਂ ਕੋਈ ਓਟ ਨਾ ਰਹੀ। ਹਾਰ ਕੇ ਦੁਆਰੇ ਤੇਰੇ ਆ ਗਿਆ, ਜਦੋਂ ਕੋਈ ਓਟ ਨਾ ਰਹੀ। ਜਦੋਂ ਕੋਈ ਜਦੋਂ ਕੋਈ ਓਟ ਨਾ ਰਹੀ। ਜਦੋਂ ਕੋਈ ਜੀ ਓਟ ਨਾ ਰਹੀ, ਜਦੋਂ ਕੋਈ ਜੀ ਓਟ ਨਾ ਰਹੀ। ਜਦੋਂ ਕੋਈ ਜੀ ਓਟ ਨਾ ਰਹੀ। ਹਾਂ, ਜਦੋਂ ਕੋਈ ਜੀ ਓਟ ਨਾ ਰਹੀ। ਜਦੋਂ ਕੋਈ ਜੀ ਓਟ ਨਾ ਰਹੀ, ਜਦੋਂ ਕੋਈ ਜੀ ਓਟ ਨਾ ਰਹੀ। ਜਦੋਂ ਕੋਈ ਜੀ ਓਟ ਨਾ ਰਹੀ। ਜਦੋਂ ਕੋਈ ਜੀ ਓਟ ਨਾ ਰਹੀ। ਕੋਈ ਜੀ ਓਟ ਨਾ ਰਹੀ। ਓਟ ਨਾ ਰਹੀ। ਹਾਰ ਕੇ ਦਵਾਰੇ ਤੇਰੇ ਆ ਗਿਆ, ਜਦੋਂ ਕੋਈ ਓਟ ਨਾ ਰਹੀ। ਤਾਂ ਹਾਰ ਕੇ ਦਵਾਰੇ ਤੇਰੇ ਆ ਗਿਆ, ਜਦੋਂ ਕੋਈ ਓਟ ਨਾ ਰਹੀ। ਹਾਰ ਕੇ ਦੁਆਰੇ ਤੇਰੇ ਆ ਗਿਆ, ਬਈ ਜਦੋਂ ਕੋਈ ਓਟ ਨਾ। ਹਾਰ ਕੇ ਦੁਆਰੇ ਤੇਰੇ ਆ ਗਿਆ, ਤੋਂ ਕੋਈ ਓਟ ਨਾ ਰਹੀ। ਜਦੋਂ ਕੋਈ ਓਟ ਨਾ ਰਹੀ। ਜਦੋਂ ਕੋਈ ਓਟ ਨਾ ਰਹੀ। ਸਗਲ ਦਵਾਰ ਕੋ ਛਾੜ ਗਇਓ ਤੁਹਾਰੋ ਦਵਾਰ, ਵਾਹੇ ਗਏ ਕੀ ਜਸ ਗੋਬਿੰਦ ਦਾਸ ਤੁਹਾਰ। ਇਸ ਕਰਕੇ ਪਾਤਸ਼ਾਹ ਫਰਮਾਨ ਕਰਦੇ, ਅਬਰ ਨ ਸੂਝਾ ਦੂਜੀ ਠਹਾਰ ਹਾਰ ਪਰਿਓ ਤਉ ਦੁਆਰੀ। ਤਉ ਦਵਾਰੀ। ਜਦੋਂ ਮੈਨੂੰ ਕੋਈ ਠਹਾਰ ਜਗ੍ਹਾ ਨਾ ਲੱਭੀ
ਮੈਂ ਤਾਂ ਤੇਰੇ ਹਾਰ ਕੇ ਦੁਬਾਰੇ ਤੇਰੇ ਤੇ ਆਇਆ। ਫਿਰ ਅੱਗੋਂ ਗੁਰੂ ਪਾਤਸ਼ਾਹ ਜੀ ਕੀ ਕਹਿੰਦੇ ਐ, ਅਬਰ ਨਾ ਸੂਝਾ ਦੂਜੀ ਠਾਰ, ਹਾਰ ਪਰਿਓ ਤਵਾਰੀ, ਲਿਖ ਅਛੋੜ ਅਲਿਖ ਛੁਟ ਹੈ, ਹਮ ਨਿਰਗੁਣ ਲਿਓ ਉਬਾਰੀ। ਪਾਤਸ਼ਾਹ ਜੀ ਸਾਡਾ ਲੇਖੇ ਦੇ ਨਾਲ ਤਾਂ ਨਹੀਂ ਹਿਸਾਬ ਹੁੰਦਾ ਸਾਡਾ, ਵੀ ਜੇ ਤੁਸੀਂ ਲੇਖਾ ਕਰੋਗੇ ਸਾਡੇ ਨਾਲ ਹਿਸਾਬ ਕਰੋਗੇ, ਬਹਿ ਕੇ ਆਪਣੇ ਕਰਮਾਂ ਦਾ ਹਿਸਾਬ ਕਰ ਲਓ ਭਾਈ, ਫੇਰ ਤਾਂ ਨਹੀਂ ਸਾਡਾ ਛੁਟਕਾਰਾ ਹੋ ਸਕਦਾ। ਸਾਡੇ ਵਿੱਚ ਔਗਣ ਹੀ ਇੰਨੇ ਨੇ। ਲੇਖ ਅਛੋੜ ਅਲੇਖ ਛੁਟ ਹੈ, ਹਮ ਨਿਰਗੁਣ ਲਿਓ ਉਬਾਰੀ। ਸਾਡਾ ਤਾਂ ਲੇਖੇ ਤੋਂ ਬਿਨਾਂ ਹੀ ਇੱਦਾਂ ਹੀ, ਅਸੀਂ ਤਾਂ ਗੁਣਾਂ ਤੋਂ ਹੀਣੇ ਆ, ਸਾਡੇ ਵਿੱਚ ਗੁਣ ਤਾਂ ਕੋਈ ਹੈ ਹੀ ਨਹੀਂਗਾ। ਇਹ ਇੱਕ ਪਰਮੇਸ਼ਰ ਦੇ ਅੱਗੇ ਬੇਨਤੀ ਕਰਨ ਦਾ ਢੰਗ ਹੈ। ਮਾਨੋ ਕਿ ਪ੍ਰਮਾਤਮਾ ਅੱਗੇ ਹਾੜੇ ਕੱਢਣ ਦੀ ਇਹ ਤਰੀਕਾ ਹੈ ਕਿ ਸੱਚੇ ਪਾਤਸ਼ਾਹ ਮੈਂ ਤਾਂ ਪੈਰ ਦੇ ਗੁੱਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਔਗਣਾਂ ਦਾ ਭਰਿਆ ਪਿਆ। ਜਿਵੇਂ ਪੰਜਵੇਂ ਪਾਤਸ਼ਾਹ ਕਹਿੰਦੇ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਵੋ। ਡੁੱਬਦੇ ਪੱਥਰ। ਸੱਚੇ ਪਾਤਸ਼ਾਹ ਜਿਵੇਂ ਸਾਗਰਾਂ ਦੇ ਵਿੱਚ ਪਾਣੀ ਹੁੰਦਾ ਹੈ, ਦੇਖੇ ਨਾ ਸਮੁੰਦਰ ਭਰੇ, ਹਾਲੇ ਉਹ ਤੋਲਿਆ ਮਾਪਿਆ ਜਾ ਸਕਦਾ ਵੈਸੇ, ਪਰ ਜਿਹੜੇ ਸਾਡੇ ਔਗਣ ਨੇ ਇਹ ਨਹੀਂ ਮਾਪੇ ਜਾ ਸਕਦੇ। ਪਤਾ ਨਹੀਂ ਕਿੰਨੇ ਚਿਰ ਦਾ ਕਰਦੇ ਆ ਰਹੇ ਆਪਾਂ। ਪਰਮੇਸ਼ਰ ਅੱਗੇ ਬੇਨਤੀਆਂ ਕਰਾਂਗੇ, ਦਾਤੇ ਅੱਗੇ ਬੇਨਤੀ ਕਰਾਂਗੇ, ਬਖਸ਼ ਲੈਣਗੇ। ਸਤਿਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰਿਓ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਸੱਚੇ ਪਾਤਸ਼ਾਹ ਮਿੱਟੀ ਨੂੰ ਕੀ ਧੋ ਲੋ, ਕੋਈ ਕੱਚੀ ਕੰਧ ਹੈ, ਜੇ ਕਿਵੇਂ ਸਾਫ਼ ਕਰ ਦੋ ਹੋ ਜੂਗੀ ਤੇ ਉਹਦੇ ਵਿੱਚੋਂ ਮਿੱਟੀ ਹੋਰ ਨਿਕਲੀ ਜਾਣੀ ਹੈ। ਜੇ ਸਾਡੇ ਔਗਣਾਂ ਵੱਲ ਦੇਖੋ, ਸਾਡੇ ਤਾਂ ਔਗਣ ਹੀ ਔਗਣ ਨੇ, ਗੁਣ ਤਾਂ ਕੋਈ ਹੈ ਹੀ ਨਹੀਂਗਾ। ਇਹ ਪਰਮੇਸ਼ਰ ਦੇ ਅੱਗੇ ਬੇਨਤੀ ਹੈ, ਜਿਵੇਂ ਭੱਟਾਂ ਨੇ ਚੌਥੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀਗੀ। ਸਤਿਗੁਰੂ ਪਾਤਸ਼ਾਹ ਚਰਨਾਂ ਵਿੱਚ ਬੇਨਤੀ ਕੀਤੀ, ਹਮ ਅਵਗੁਣ ਭਰੇ ਇਹ ਗੁਣ ਨਾਹੀਂ। ਸੱਚੇ ਪਾਤਸ਼ਾਹ ਜੀ ਔਗੁਣਾਂ ਦੇ ਭਰੇ ਪਏ ਆ। ਸਾਡਾ ਕੰਮ ਕੀ ਹੈ, ਸਾਡੀ ਕਰਤੂਤ ਕੀ ਹੈ, ਉਹ ਦੱਸਦੇ ਆ ਭੱਟ। ਨਾਲੇ ਕਿ ਨਾਮ ਰਸੀਏ ਸੀਗੇ, ਉਹ ਬਹੁਤ ਵਿਦਵਾਨ ਸੀਗੇ, ਪੜ੍ਹੇ ਲਿਖੇ ਸੀਗੇ, ਉਹਨਾਂ ਦੇ ਅੰਦਰ ਭਾਲ ਸੀ ਪਰਮਾਤਮਾ। ਆਪਣੇ ਅੰਦਰ ਤਾਂ ਭਾਲ ਹੈ ਨਹੀਂ ਗੀ ਆਪਣੇ ਤਾਂ, ਆਪਾਂ ਤਾਂ ਉਵੇਂ ਬੈਠੇ ਆ, ਬਸ ਫਸੇ ਬੈਠੇ ਆਪਾਂ ਤਾਂ। ਉਹ ਉਹਨਾਂ ਅੰਦਰ ਤਾਂ ਭਾਲ ਸੀਗੀ, ਉਹੀ ਕਹਿੰਦਾ ਫਿਰ ਆ ਕੇ ਪਰਮਾਤਮਾ ਅੱਗੇ। ਨਹੀਂ ਆਪਣੇ ਵਰਗਾ ਤਾਂ ਕਹਿੰਦਾ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂਗਾ। ਜੇ ਕਹਿ ਦੇ ਅੰਮ੍ਰਿਤ ਛਕ ਲੈ, ਮੈਂ ਅੰਮ੍ਰਿਤ ਵਰਗੀ ਹਾਂ ਜੀ, ਮੂਹਰੇ ਜਵਾਬ ਮਿਲਦਾ ਹੈ ਮੈਂ ਤਾਂ ਅੰਮ੍ਰਿਤ ਵਰਗੀ ਹਾਂ। ਉਹ ਮੈਂ ਕਿਹਾ ਬੋਲਣ ਦੇ ਸਿੱਖ ਲਓ ਪਹਿਲਾਂ, ਵੀ ਅੰਮ੍ਰਿਤ ਵਰਗੇ ਕਿੱਥੇ ਬਣ ਜਾਓਗੇ ਤੁਸੀਂ? ਹੱਥ ਨੂੰ 100 ਝੂਠ ਬੋਲਦੇ ਤੁਸੀਂ। ਬੋਲਣ ਦਾ ਵੀ ਢੰਗ ਨਹੀਂ ਹੈ। ਮੈਂ ਤਾਂ ਅੰਮ੍ਰਿਤ ਵਰਗੀ ਹਾਂ ਜੀ। ਸਤਿਗੁਰੂ ਪਾਤਸ਼ਾਹ ਪ੍ਰਮਾਣ ਕਰ ਰਹੇ ਨੇ, ਸਮਝਾ ਰਹੇ ਨੇ, ਉਹ ਦੱਸ ਰਹੇ ਨੇ, ਹਮ ਅਵਗੁਣ ਭਰੇ ਇਹ ਗੁਣ ਨਾਹੀ, ਅੰਮ੍ਰਿਤ ਛਾੜ। ਅੰਮ੍ਰਿਤ ਛੱਡ ਦਿੱਤਾ ਸੀ ਨੇ। ਆਹ ਵਿਖੇ ਹੈ, ਵਿਸ਼ੇ ਬੇਕਾਰ ਨੇ, ਨਸ਼ੇ ਪੱਤੇ ਨੇ, ਦਿਨ ਰਾਤ ਦੀ ਕਰਖੀ ਆਪਾਂ ਨੇ। ਮੈਨੂੰ ਕੱਲ੍ਹ ਕਹਿੰਦਾ, ਕਹਿੰਦੇ ਸ਼ਰਾਬ ਸਸਤੀ ਹੋ ਗਈ। ਮੈਂ ਅੰਮ੍ਰਿਤ ਕਿਹੜਾ ਮਹਿੰਗਾ ਹੈ? ਅੰਮ੍ਰਿਤ ਬਿਲਕੁਲ ਸਸਤਾ ਹੈ। ਨਾਲ ਕਾਰ ਵੀ ਫ੍ਰੀ ਦਿੰਦੇ ਨੇ ਜਿਹੜੇ ਰੱਬ ਦੇ ਪਿਆਰੇ ਆ। ਆ ਜਾਓ ਭਾਈ ਛਕ ਲਓ। ਬੈਠਣ ਦੀ ਮਹਾ ਏਸੀ ਲੱਗੇ ਹੋਏ ਨੇ, ਸਾਰੇ ਸਹੂਲਤਾਂ, ਲੰਗਰ ਵੀ ਫ੍ਰੀ ਮਿਲਦਾ। ਇੱਥੇ ਕਿਉਂ ਨਹੀਂ ਤੁਸੀਂ ਆਉਂਦੇ ਭਾਈ? ਲੰਗਰ ਫ੍ਰੀ ਮਿਲਦਾ। ਲੋਕਾਂ ਦੀ ਬੋਧੀ ਭ੍ਰਿਸ਼ਟ ਹੋਈ ਪਈ ਹੈ। ਅੰਮ੍ਰਿਤ ਕਹਿੰਦੇ ਸ਼ਰਾਬ ਸਸਤੀ ਹੋ ਗਈ। ਮੈਂ ਅੰਮ੍ਰਿਤ ਕਿਹੜਾ ਮਹਿੰਗਾ ਆ? ਇਹਦੇ ਕਿਹੜਾ ਪੈਸੇ ਦਿੰਦਾ ਕੋਈ? ਇਸ ਕਰਕੇ ਸਤਿਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਸਾਡੀਆਂ ਕਰਤੂਤਾਂ ਨੇ, ਸਾਡੇ ਲੋਕਾਂ ਦੀਆਂ।
ਕਹਿੰਦੇ ਹਮ ਅਵਗੁਣ ਭਰੇ ਏ ਗੁਣ ਨਾਹੀ ਅੰਮ੍ਰਿਤ ਛਾੜ। ਵੇਖਿਆ ਵੇਖ ਦਿਨ ਰਾਤ ਅਸੀਂ ਵਿਖਿਆ ਦੇ ਵਿੱਚ ਇੱਕ ਕਰਖੀ ਹੈ। ਇਸ ਕਰਕੇ ਭੱਟ ਆਪਣੇ ਵੱਲੋਂ ਪੰਜਵੇਂ ਪਾਤਸ਼ਾਹ ਦੇਖੋ, ਇਹ ਨਿਮਰਤਾ ਦੀਆਂ ਗੱਲਾਂ ਹੁੰਦੀਆਂ ਨੇ, ਪਿਆਰ ਦੀਆਂ ਗੱਲਾਂ ਹੁੰਦੀਆਂ ਰੱਬ ਦੇ ਨਾਲ। ਰੱਬ ਤੋਂ ਵੱਡਾ ਤਾਂ ਕੋਈ ਦੁਨੀਆ ਤੇ ਹੈ ਹੀ ਨਹੀਂਗਾ। ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਦੁਨੀਆ ਤੇ ਕੋਈ ਹੈ, ਨਾ ਕੋਈ ਹੋ ਸਕਦਾ ਨਾ ਕੋਈ ਹੋਇਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾ ਕੋ ਹੋਆ ਨਾ ਕੋ ਹੋਏ। ਪਰਮੇਸ਼ਰ ਦੇ ਵਰਗਾ ਨਾ ਤਾਂ ਦੁਨੀਆ ਤੇ ਕੋਈ ਹੋਇਆ ਨਾ ਕਿਸੇ ਨੇ ਹੋਣਾ। ਇੱਥੇ ਸਭ ਦਾ ਸਿਰ ਝੁਕਦਾ। ਇਸ ਕਰਕੇ ਭੱਟ ਕਹਿ ਰਹੇ ਨੇ, ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਭਰਿਆ। ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਭਰਿਆ। ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਭਰਿਆ। ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਭਰਿਆ। ਔਗਣਾ ਦਾ ਮੈਂ ਭਰਿਆ। ਔਗਣਾ ਦਾ ਮੈਂ ਭਰਿਆ। ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਭਰਿਆ। ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਭਰਿਆ। ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਭਰਿਆ। ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਭਰਿਆ। ਔਗਣਾ ਦਾ ਮੈਂ ਭਰਿਆ। ਔਗਣਾ ਦਾ ਮੈਂ ਭਰਿਆ। ਔਗਣਾ ਦਾ ਜੀ 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 ਮੈਂ ਭਰਿਆ। ਮੈਂ ਭਰਿਆ। ਔਗਣਾ ਦਾ ਜੀ ਮੈਂ ਭਰਿਆ। ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਭਰਿਆ। ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਭਰਿਆ। ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਭਰਿਆ। ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਭਰਿਆ। ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ, ਗੁਣਾਂ ਦਾ ਮੈਂ ਭਰਿਆ। ਗੁਰੂ ਪਾਤਸ਼ਾਹ ਜੀ ਕਹਿੰਦੇ ਭੱਟਾਂ ਨੇ ਕਿਹਾ, ਹਾਂ ਹਮ ਅਵਗੁਣ ਭਰੇ ਏ ਗੁਣ, ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾ। ਮਾਇਆ ਮੋਹ ਪਰਮ ਪੈ ਭੁੱਲੇ। ਆ ਮਾਇਆ ਦੇ ਭਰਮਾਂ ਦੇ ਵਿੱਚ, ਮੋਹ ਦੇ ਵਿੱਚ ਅਸੀਂ ਤੈਨੂੰ ਭੁਲਾ ਦਿੱਤਾ।
ਵੀ ਸਾਰਾ ਕੁਛ ਸਾਡਾ ਇਹੀ ਹੈ। ਆਹ ਧੀ ਪੁੱਤ ਸਾਡਾ ਪਤਾ ਨਹੀਂ ਕੀ ਕਰਨਗੇ, ਆਹ ਮਾਂ ਸਾਡਾ ਪਤਾ ਨਹੀਂ ਕੀ ਕਰੂਗੀ। ਦਿਨ ਰਾਤ ਸਾਡੀ ਇੱਧਰ ਹੀ ਹਿੱਲੀ ਹੋਇਆ ਬਸ। ਅਸੀਂ ਸੰਗੜ ਕੀ ਰਹਿ ਗਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹਦੇ ਮੋਹ ਦੇ ਵਿੱਚ ਹੀ ਫਸ ਗਿਆ ਸੀ। ਤਾਂ ਤਿਤ ਸਰਬ ਡੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲਾ ਹਮ ਦੇਖਾ ਤਹਿ ਡੂਬੀ ਅਲੀ। ਇਸ ਸੰਸਾਰ ਦੇ ਵਿੱਚ ਆ ਜਿਹੜਾ ਮੋਹ ਦਾ ਚਿੱਕੜ ਹੈ ਨਾ, ਜਿਨ੍ਹਾਂ ਦਾ ਮਨ ਰੂਪੀ ਪੈਰ ਖੁੱਭ ਗਿਆ, ਗੁਰੂ ਪਾਤਸ਼ਾਹ ਕਹਿੰਦੇ ਸਾਡੇ ਦੇਖਦਿਆਂ ਖਤਮ ਹੋ ਗਏ। ਉਹ ਪਰਮੇਸ਼ਰ ਬਣ ਨਹੀਂ ਆਉਂਦੇ, ਉਹ ਨਾਮ ਨਹੀਂ ਜਪਦੇ। ਆ ਪੋਤੇ ਦਾ ਵਿਆਹ ਕਰ ਦਈਏ ਜੀ, ਫਲਾਣੇ ਦਾ ਵਿਆਹ ਕਰ ਦਈਏ ਜੀ, ਫਿਰ ਨਾਮ ਜਪਾਂਗੇ, ਫਿਰ ਅੰਮ੍ਰਿਤ ਛਕਾਂਗੇ ਅਸੀਂ। ਇਹ ਨਹੀਂ ਮੁੱਕਦਾ, ਬੰਦਾ ਮੁੱਕ ਜਾਂਦਾ ਹੈ। ਪੁੱਤ ਵਿਆਹ ਤੇ ਪੋਤਿਆਂ ਦਾ ਹੋ ਜਾਂਦਾ। ਮੈਂ ਤਾਂ ਇਹ ਦੇਖ ਲਾ ਮੜਾ ਜਾ, ਕਰਨਾ ਪਊ ਕੰਮ ਜਾ ਮੈਨੂੰ। ਮੰਨੋ ਕਿ ਐਸੇ ਮੋਹ ਦੇ ਵਿੱਚ ਹੀ ਅਸੀਂ ਖਤਮ ਹੋ ਗਏ। ਸਾਡਾ ਇੰਨੀ ਕੰਮ ਰਹਿ ਗਿਆ ਬਸ। ਆਪ ਦੇ ਬਾਰੇ ਸੋਚੀ ਨਹੀਂ ਕਦੇ ਆਪਾਂ ਨੇ ਵੀ ਮੈਂ ਕਰਨ ਕੀ ਆਸ ਤੇ ਕਰਨ ਮੈਨੂੰ ਕੀ ਚਾਹੀਦਾ। ਸਤਿਗੁਰੂ ਪਾਤਸ਼ਾਹ ਪ੍ਰਮਾਣ ਕਰ ਰਹੇ ਨੇ, ਕਹਿੰਦੇ ਪਰਮੇਸ਼ਰ ਦੇ ਅੱਗੇ ਬੇਨਤੀ ਕਰਨੀ ਵੀ ਜਿਹੜੇ ਮੋਹ ਦੇ ਵਿੱਚ ਫਸ ਗਏ ਨਾ, ਮਾਇਆ ਮੋਹ ਪਰਮ ਪੈ ਭੁੱਲੇ ਸੁਤਦਾਰਾ ਸਿਉ ਪ੍ਰੀਤ ਲਗਾਈ। ਸਾਡੀ ਪੁੱਤਰ ਦੇ ਨਾਲ ਘਰ ਦੇ ਪਰਿਵਾਰ ਦੇ ਵਿੱਚ ਹੀ ਬਸ ਦਿਨ ਰਾਤ ਜੇ ਮੈਂ ਨਾ ਕੀਤਾ ਇਹ ਮਰ ਜਾਣਗੇ, ਐਂ ਹੋ ਜੂ ਵਾਹ ਹੋ ਜੂ ਜੀ। ਕੁਛ ਨਹੀਂ ਹੋਣਾ। ਦੁਨੀਆ ਚਲੀ ਗਈ ਤੇਰੇ ਪਹਿਲਾਂ, ਤੇਰੇ ਦੇਖਦੇ ਤੇਰੇ ਪਿਤਾ ਚਲਿਆ ਗਿਆ, ਤੇਰੀ ਮਾਂ ਤੇਰੇ ਕੋਲ ਚਲੀ ਗਈ, ਤੂੰ ਤਾਂ ਮਰਿਆ ਨਹੀਂਗਾ। ਇਸ ਕਰਕੇ ਵੀ ਤੂੰ ਟਾਈਮ ਚੋਂ ਟਾਈਮ ਕੱਢ ਕੇ ਉਸ ਦਾ ਗੁਣ ਗਾ ਲੈ ਪਰਮੇਸ਼ਰ ਦੇ, ਕੁਛ ਤਾਂ ਯਾਦ ਕਰ ਲੈ ਉਹਨੂੰ। ਇਸ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਨ, ਮੈਂ ਡੁੱਬਦੇ ਦੇਖੇ ਨੇ ਜਿਹੜੇ ਮੋਹ ਦੇ ਚਿਕੜ ਵਿੱਚ ਫਸ ਗਏ। ਡੁੱਬਦੇ ਦੇਖੇ ਨੇ ਜਿਹੜੇ ਮੋਹ ਦੇ ਚਿਕੜ ਵਿੱਚ ਫਸ ਗਏ। ਮੈਂ ਡੁੱਬਦੇ ਦੇਖੇ ਨੇ ਜਿਹੜੇ ਮੋਹ ਦੇ ਚਿਕੜ ਵਿੱਚ ਫਸ ਗਏ। ਡੁੱਬਦੇ ਦੇਖੇ ਨੇ ਉਹਦੇ ਚਿਕੜ ਵਿੱਚ ਫਸ ਗਏ। ਉਹਦੇ ਵਿੱਚ ਫਸ ਗਏ। ਜਿਹੜੇ ਮੋਹ ਦੇ ਚਿਕੜ ਵਿੱਚ ਫਸ ਗਏ। ਡੁੱਬਦੇ ਦੇਖੇ ਨੇ ਜਿਹੜੇ ਮੋਹ ਦੇ ਚਿਕੜ ਵਿੱਚ ਫਸ ਗਏ। ਡੁੱਬਦੇ ਦੇਖੇ ਨੇ ਜਿਹੜੇ ਮੋਹ ਦੇ ਚਿਕੜ ਵਿੱਚ ਫਸ ਗਏ। ਤਾਂ ਡੁੱਬਦੇ ਦੇਖੇ ਨੇ ਜਿਹੜੇ ਮੋਹ ਦੇ ਚਿਕੜ ਵਿੱਚ ਫਸ ਗਏ। ਡੁੱਬਦੇ ਦੇਖੇ ਨੇ ਜਿਹੜੇ ਮੋਹ ਦੇ ਚਿਕੜ ਵਿੱਚ ਫਸ ਗਏ। ਵਿੱਚ ਫਸ ਗਏ। ਮੋਹ ਦੇ ਚਿਕੜ ਵਿੱਚ ਫਸ ਗਏ ਜਿਹੜੇ ਮੋਹ ਦੇ ਚਿਕੜ ਵਿੱਚ ਫਸ ਗਏ। ਮੋਹ ਦੇ ਚਿਕੜ ਵਿੱਚ ਫਸ ਗਏ। ਮੋਹ ਦੇ ਫਸ ਗਏ। ਮੋਹ ਦੇ ਚਿਕੜ ਵਿੱਚ ਫਸ ਗਏ। ਮੋਹ ਦੇ ਚਿਕੜ ਵਿੱਚ ਫਸ ਗਏ। ਮੋਹ ਦੇ ਚਿਕੜ ਵਿੱਚ ਫਸ ਗਏ ਜਿਹੜੇ ਮੋਹ ਦੇ ਚਿਕੜ ਵਿੱਚ ਫਸ ਗਏ। ਮੋਹ ਦੇ ਚਿਕੜ ਵਿੱਚ ਫਸ ਗਏ।
ਚਿੱਕੜ ਵਿੱਚ ਫਸ ਗਏ, ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਡੁੱਬਦੇ ਦੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ, ਉਹ ਤਾਂ ਡੁੱਬਦੇ ਦੇਖੇ ਨੇ। ਗੁਰੂ ਪਾਤਸ਼ਾਹ ਜੀ ਨਾ ਬਸ ਜਗੜ ਪੰਖ ਪਗ ਨਹੀਂ ਚੱਲ ਹਮ ਦੇਖਾ, ਸਾਡੇ ਦੇਖਦੇ ਦੇਖਦੇ ਖਤਮ ਹੋ ਗਏ। ਪਿੱਟਦੇ ਦੇਖੇ ਨੇ ਔਰ ਰੋਂਦੇ ਦੇਖੇ ਨੇ, ਕੀ ਮਿਲਿਆ ਇੱਥੋਂ? ਘਰ ਦੇ ਕਹਿ ਦਿੰਦੇ ਇਸ ਕਰਕੇ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ, ਕਹਿੰਦੇ ਪਰਮੇਸ਼ਰ ਦੇ ਅੱਗੇ ਹਮੇਸ਼ਾ ਬੇਨਤੀ ਕਰਨੀ ਬਣਦੀ ਆ ਆਪਣੀ। ਸੱਚੇ ਪਾਤਸ਼ਾਹ ਮੇਰੇ ਤਾਂ ਬਹੁਤ ਹੀ ਘਾਟਾਂ ਨੇ, ਲੇਖਿਆ ਛੋੜ ਅਲੇਖਿਆ ਛੋਟਾ ਹਮ ਨਿਰਗੁਣ ਲਿਓ। ਵੀ ਆਪਣੇ ਇੱਥੇ ਕੋਈ ਜੇ ਆਪਣੇ ਕੋਲ ਮਾੜਾ ਮੋਟਾ ਕਿਸੇ ਚੀਜ਼ ਦਾ ਕੋਈ ਗੁਣ ਹੈ, ਕੋਈ ਵੀ ਆਪਣੇ ਵਿੱਚ ਗੁਣ ਹੈ, ਇੱਥੇ ਗੁਣਾਂ ਦੀ ਗੱਲ ਤਾਂ ਕਰਨੀ ਹੋਣੀ ਆਪਾਂ ਨੇ। ਇੱਥੇ ਇਹ ਤਾਂ ਕਹਿਣਾ ਮੈਂ ਚੰਗਾ ਜੀ, ਨਾ ਨਾ, ਇੱਥੇ ਚੰਗਾ ਨਹੀਂ ਕਹਿਣਾ, ਮੰਦਾ ਜਾਣਾ ਆਪ। ਇੱਥੇ ਤਾਂ ਗੁਰੂ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ ਵੀ ਜਿਨ੍ਹਾਂ ਤੋਂ ਨੀਵਾਂ ਹੋ ਕੇ ਆਵੇਂਗਾ ਬੜੇਗਾ ਗੁਰੂ ਘਰ ਦੇ ਵਿੱਚ ਨਾ, ਪਿਆਰ ਵਿੱਚ ਆਵੇਂਗਾ, ਉਨੀ ਗੁਰੂ ਕਿਰਪਾ ਕਰ ਦੇਣਗੇ, ਤੇਰੇ ਝੋਲੀਆਂ ਭਰ ਦੇਣਗੇ ਤੇਰੀਆਂ। ਜੇ ਕੋਈ ਮਾਣ ਕਰੇ ਅਨਕ ਤਪੱਸਿਆ ਕਰੈ, ਹੰਕਾਰ ਨਰਕ ਸੁਰਗ ਫਿਰ ਅਵਤਾਰ। ਕਿਉਂ? ਪਰਮੇਸ਼ਰ ਨੂੰ ਹੰਕਾਰ ਚੰਗਾ ਨਹੀਂ ਲੱਗਦਾ, ਪਰਮੇਸ਼ਰ ਨੂੰ ਹੰਕਾਰ ਨਹੀਂ ਪਾਉਂਦਾ। ਜਿਵੇਂ ਇੱਕ ਤਪੱਸਵੀ ਸੀਗਾ, ਉਹ ਜੰਗਲਾਂ ਦੇ ਵਿੱਚ ਰਹਿ ਕੇ ਤਪੱਸਿਆ ਕਰਦਾ ਹੁੰਦਾ, ਪੱਤੇ ਸੱਤੇ ਖਾ ਕੇ ਆਪਣਾ ਗੁਜ਼ਾਰਾ ਕਰਦਾ। ਇੱਕ ਸ਼ਿਲਾ ਤੇ ਵੇਖ ਕੇ ਉਹ ਤਪੱਸਿਆ ਕਰਦਾ ਤੇ ਜਦੋਂ ਵੀ ਉਹਨੇ ਬੇਨਤੀ ਕਰਨੀ ਨਾ, ਇਹ ਪਰਮਾਤਮਾ ਆਦਲ ਕਰੀ, ਨਿਆਂ ਕਰੀ, ਇਹੀ ਕਹਿਣਾ। ਤੇ ਕਹਿੰਦੇ ਇੱਕ ਹੁਣ ਤਪੱਸਿਆ ਕਰਦਾ ਹੈ, ਉੱਥੇ ਆ ਜਿਹੜੀ ਬੱਕਰੀਆਂ ਚਾਰਨ ਵਾਲਾ ਵੀ ਆਉਂਦਾ ਹੈ, ਗਰੀਬ, ਆਪਣੀ ਦਸਨ ਹੁੰਦੀ ਕਿਰਤ ਕਰਦਾ ਹੈ, ਤੇ ਉਹਦੇ ਮਨ ਵਿੱਚ ਸੌਂਕ ਜਾਪ ਕੇ ਮੈਂ ਵੀ ਭਗਤੀ ਕਰਿਆ ਕਰਾਂ। ਹੁਣ ਉਹ ਵੀ ਸਮਾਂ ਕੱਢ ਕੇ ਪਰਮੇਸ਼ਰ ਨੂੰ ਜਾ ਗਾਉਂਦਾ ਹੈ, ਨਾਲੇ ਆਪਣੀ ਕਿਰਤ ਕਰਦਾ। ਪਰਮੇਸ਼ਰ ਨੂੰ ਸੱਚੇ ਪਾਤਸ਼ਾਹ ਜੀਓ ਮੇਰੇ ਤੇ ਫਜ਼ਲ ਕਿਰਪਾ ਕਰਿਓ, ਮੇਰਾ ਕਰਿਓ ਮੇਰੇ ਤੇ, ਮੈਂ ਤਾਂ ਗਰੀਬ ਆ, ਮੇਰੇ ਤੋਂ ਕੁਛ ਹੈ ਨਹੀਂ, ਮੈਂ ਨਹੀਂ ਜਾਣਦਾ ਕੁਛ। ਹੁਣ ਉਹਨੇ ਬੇਨਤੀ ਕਰਨੀ ਪਰਮਾਤਮਾ ਅੱਗੇ, ਤੇ ਜਿਹੜਾ ਉਹ ਸੀਗਾ ਧਾਰ ਸੀਗਾ, ਕਰਦਾ ਮੈਂ ਪੁੰਨੀ ਆ, ਮੈਂ ਸਵਰਗਾਂ ਦਾ ਹੱਕਦਾਰ ਹਾਂ। ਤਾਂ ਹੀ ਕਹਿੰਦਾ ਸੀ ਵੀ ਅਦਲ ਕਰੀ, ਨਿਆਂ ਕਰੀ ਮਹਾਰਾਜ। ਸਮਾਂ ਲੰਘਦਾ ਗਿਆ, ਸਮਾਂ ਉਹ ਆ ਗਿਆ, ਕਹਿੰਦੇ ਵੀ ਦੋਹਾਂ ਦੇ ਸਰੀਰ ਇਕੱਠੇ ਛੁੱਟੇ ਉਹਨਾਂ ਦੇ। ਦਰਗਾਹ ਦੇ ਵਿੱਚ ਪਹੁੰਚੇ ਨੇ, ਕਿਉਂ? ਪਾਤਸ਼ਾਹ ਕਹਿੰਦੇ ਨਾਨਕ ਜੀ ਉਹ ਪਾਏ ਕਾ ਲਿਖਣਾ ਮੈਂ, ਉੱਥੇ ਸੱਚੇ ਹੀ ਸੱਚ ਨਿਬੜਿਆ ਚੁਣ ਵੱਖ ਕੱਢੇ ਜਜਮਾਲੇ। ਉੱਥੇ ਹਰੇਕ ਦਾ ਲੇਖਾ ਹੋਣੀ ਹੋਣਾ, ਜਿਹੜੇ ਆਪਣੇ ਵਰਗੇ ਲੋਕ ਨੇ ਉਹਨਾਂ ਦਾ, ਜਿਹੜੇ ਗੁਰੂ ਨੇ ਬਖਸ਼ ਦਿੱਤੇ ਉਹਨਾਂ ਦਾ ਲੇਖਾ ਕੋਈ ਨਹੀਂ ਗਾ। ਜੇ ਲੇਖਿਓ ਤੋਂ ਬਚਣਾ ਹੈ ਤਾਂ ਗੁਰੂ ਵਾਲੇ ਬਣ ਜਾਓ, ਨਹੀਂ ਤਾਂ ਲੇਖਾ ਦੇਣਾ ਪੈਣੀ ਪੈਣਾ। ਇਸ ਕਰਕੇ ਜਦੋਂ ਲੇਖਾ ਦੇਣ ਦਾ ਹੋਇਆ, ਹੁਣ ਉਹਦੀ ਵਾਰੀ ਇੱਕ ਤਪੱਸਿਆ ਕੀਤੀ, ਮੰਗ ਵੀ ਕੀ? ਉਹਨੇ ਕਿਹਾ ਨਿਆਂ ਚਾਹੀਦਾ, ਅਦਲ ਕੋ ਜੀ। ਇੱਕ ਆਵਾਜ਼ ਹੋਰ ਆਈ, ਉਹ ਕਹਿੰਦੇ ਮੇਰਾ ਵੀ ਨਿਆਂ ਕਰੋ ਜੀ। ਕਹਿੰਦੇ ਤੂੰ ਕੌਣ ਹੈ? ਕਹਿੰਦੇ ਮੈਂ ਸ਼ਿਲਾ। ਕਿ ਤੂੰ ਕੀ ਮੰਗਦੀ ਹੈ? ਕਹਿੰਦੇ ਆ ਤਪੱਸਵੀ ਨੇ ਮੈਨੂੰ ਬੜਾ ਦੁੱਖ ਦਿੱਤਾ, 12 ਸਾਲ ਇਹਨੇ ਮੇਰੇ ਸਿਰ ਤੇ ਬਹਿ ਕੇ 12 ਸਾਲ ਕੱਟੇ ਨੇ। ਹੁਣ ਨਿਆਂ ਤਾਂ ਇਹ ਕਹਿੰਦਾ ਵੀ ਹੁਣ ਇਹ ਸ਼ਿਲਾ ਬਣੇ, ਮੇਰੇ ਸਿਰ ਤੇ ਮੈਂ ਬੈਠਾ।
ਫਿਰ ਉਹ ਤਪਸਲਾ ਉੱਠਿਆ, ਕਿਉਂਕਿ ਜਿਹੜਾ ਹੰਕਾਰ ਹੈ ਹਰ ਦੀ ਉਹ ਹੰਕਾਰ ਨਾ ਭਾਵਈ ਵੇਦ। ਭਾਈ ਤੂੰ ਤਪੱਸਿਆ ਕਰਕੇ ਕਰ, ਆ ਜਿਹੜੀ ਕਹਿੰਦਾ ਰਿਓ ਕਿ ਫਰਜ਼ ਕਿਰਪਾ ਕਰੋ, ਉਹਦਾ ਤਾਂ ਲੇਖੇ ਤੋਂ ਬਿਨਾਂ ਗੁਰੂ ਪਾਤਸ਼ਾਹ ਨੇ ਉਹਦਾ ਕਿ ਸੱਚੇ ਪਾਤਸ਼ਾਹ ਜੀ ਲੇਖੇ ਕਤੂ ਨਾ ਛੋਟੀ ਹੈ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ। ਉਤਾਰ ਸੱਚੇ ਪਾਤਸ਼ਾਹ ਮੇਰੇ ਤਾਂ ਗੁਣ ਕੋਈ ਹੈ ਨਹੀਂਗਾ, ਕਿਰਪਾ ਕਰ ਦਿਓ। ਜਿਹੜਾ ਉਹ ਸੀ ਮੇਰੇ ਵਰਗਾ ਹੰਕਾਰੀ ਫਸ ਗਿਆ ਕਰਕੇ ਉਹਨੇ ਕਿਹਾ ਸੱਚੇ ਪਾਤਸ਼ਾਹ ਜੀ ਮੇਰੀ ਤਾਂ ਇਹ ਗਤੀ ਹੈ, ਲੇਖੇ ਗਣਿਆ ਤੇ ਹੋਣਾ ਨੀ ਛੁਟਕਾਰਾ, ਕਿਰਪਾ ਕਰਕੇ ਬਖਸ਼ੀ ਮਾਲਕਾ। ਗਣਿਆ ਤੇ ਹੋਣਾ ਨੀ ਛੁਟਕਾਰਾ, ਕਿਰਪਾ ਕਰਕੇ ਬਖਸ਼ੀ ਮਾਲਕਾ। ਗਣਿਆ ਤੇ ਹੋਣਾ ਨੀ ਛੁਟਕਾਰਾ, ਕਿਰਪਾ ਕਰਕੇ ਬਖਸ਼ੀ ਮਾਲਕਾ। ਗਣਿਆ ਤੇ ਹੋਣਾ ਨੀ ਛੁਟਕਾਰਾ, ਕਿਰਪਾ ਕਰਕੇ ਬਖਸ਼ੀ ਮਾਲਕਾ। ਕਿਰਪਾ ਕਰਕੇ ਬਖਸ਼ੀ ਮਾਲਕਾ। ਕਿਰਪਾ ਕਰਕੇ ਬਖਸ਼ੀ ਮਾਲਕਾ। ਗਣਿਆ ਤੇ ਹੋਣਾ ਨੀ ਛੁਟਕਾਰਾ, ਕਿਰਪਾ ਕਰਕੇ ਬਖਸ਼ੀ ਮਾਲਕਾ। ਗਣਿਆ ਤੇ ਹੋਣਾ ਨੀ ਛੁਟਕਾਰਾ, ਕਿਰਪਾ ਕਰਕੇ ਬਖਸ਼ੀ ਮਾਲਕਾ। ਗਣਿਆ ਤੇ ਹੋਣਾ ਨੀ ਛੁਟਕਾਰਾ, ਕਿਰਪਾ ਕਰਕੇ ਬਖਸ਼ੀ ਮਾਲਕਾ। ਗਣਿਆ ਤੇ ਹੋਣਾ ਨੀ ਛੁਟਕਾਰਾ, ਕਰਕੇ ਬਖਸ਼ੀ ਮਾਲਕਾ। ਕਿਰਪਾ ਕਰਕੇ ਬਖਸ਼ੀ ਮਾਲਕਾ। ਓ ਕਿਰਪਾ ਕਰਕੇ ਬਖਸ਼ੀ ਮਾਲਕਾ। ਕਿਰਪਾ ਕਰਕੇ ਜੀ ਬਖਸ਼ੀ ਮਾਲਕਾ, ਕਿਰਪਾ ਕਰਕੇ ਜੀ ਬਖਸ਼ੀ ਮਾਲਕਾ। ਕਿਰਪਾ ਕਰਕੇ ਜੀ ਬਖਸ਼ੀ ਮਾਲਕਾ। ਕਿਰਪਾ ਕਰਕੇ ਜੀ ਬਖਸ਼ੀ ਮਾਲਕਾ। ਬਖਸ਼ੀ ਬਖਸ਼ੀ ਮਾਲਕਾ। ਕਰਕੇ ਜੀ ਬਖਸ਼ੀ ਮਾਲਕਾ, ਕਿਰਪਾ ਕਰਕੇ ਜੀ ਬਖਸ਼ੀ ਮਾਲਕਾ। ਕਿਰਪਾ ਕਰਕੇ ਜੀ ਬਖਸ਼ੀ ਮਾਲਕਾ। ਸਾਨੂੰ ਕਿਰਪਾ ਕਰਕੇ ਜੀ ਬਖਸ਼ੀ ਮਾਲਕਾ। ਗਣਿਆ ਤੇ ਹੋਣਾ ਨੀ ਛੁਟਕਾਰਾ, ਕੇ ਬਖਸ਼ੀ ਮਾਲਕਾ। ਗਣਿਆ ਤੇ ਹੋਣਾ ਨੀ ਛੁਟਕਾਰਾ, ਕਿਰਪਾ ਕਰਕੇ ਬਖਸ਼ੀ ਮਾਲਕਾ। ਗਣਿਆ ਤੇ ਹੋਣਾ ਨੀ ਛੁਟਕਾਰਾ, ਕਿਰਪਾ
करके भक्ति माल का। कृपा करके भक्ति माल का। कृपा करके भक्ति माल का। ਇਸ ਕਰਕੇ ਗੁਰੂ ਪਾਤਸ਼ਾਹ ਅੱਗੇ ਬੇਨਤੀ ਕੀਤੀ, ਜਿਹੜਾ ਆਲੀ ਸੀ ਉਹਦਾ ਛੁਟਕਾਰਾ ਹੋ ਗਿਆ, ਕਿਉਂਕਿ ਹੰਕਾਰ ਨਹੀਂ ਚੱਲਦਾ। ਲੇਖਿਆ ਛੋਟਾ ਹਮ ਨਿਰਗੁਣ ਲਿਓ ਉਬਾਰੀ। ਸਦਵਿਖ ਸੰਧ ਸਦਾ ਮਿਹਰਬਾਨਾ, ਸਭਨਾ ਦੇ ਉਧਾਰੀ। ਪਰਮਾਤਮਾ ਸਦਾ ਬਖਸ਼ਿੰਦ ਹੈ, ਸੇ ਸਾਹਿ ਮਿਹਰਬਾਨ ਸਾਹਿ ਮਿਹਰਬਾਨ ਸਾਹਿ ਮੇਰਾ ਮਿਹਰਬਾਨ। ਪਹਿਲਾ ਮਿਹਰਬਾਨ ਹੈਗਾ ਸੀ, ਹੁਣ ਹੈ, ਅੱਗੇ ਨੂੰ ਹੋਵੇਗਾ। ਉਹ ਤਾਂ ਸਦਾ ਮਿਹਰਬਾਨਗੀ ਕਰਨ ਵਾਲਾ ਹੈ। ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ, ਕਹਿੰਦੇ ਸਦਬਖਸ਼ੰਦ ਸਦਾ ਮਿਹਰਬਾਨਾ, ਸਭਨਾ ਦੇ ਉਧਾਰੀ। ਨਾਨਕ ਦਾ ਸੰਤ ਪਾਛੇ ਪਰਿਓ ਰਾਖ ਲਿਓ ਇਹ ਬਾਰੀ। ਇਹੀ ਵਾਰੀ ਹੈ, ਸਮਾਂ ਇਹ ਹੈ। ਜਿਹੜੀ ਸੰਗਤ ਆ ਨਾ ਸੰਤ ਪਰਮਾਤਮਾ ਦੇ ਪਿਆਰਿਆਂ ਦੀ, ਇਹੀ ਆਪਣੇ ਬੰਧਨ ਕੱਟੂਗੀ। ਜਿਵੇਂ ਭੱਟਾ ਨੇ ਕਿਹਾ ਸੀ ਨਾ, ਉਤਮ ਪੰਥ ਸੁਣਿਓ ਗੁਰ ਸੰਗਤ, ਤੇ ਇਹ ਮਲੰਤ ਜਮ ਰਾਸ ਮਿਟਾਈ। ਆਹੀ ਵਾਰੀ ਇੱਥੇ ਇਹੀ ਕੱਟੂਗੀ ਆਪਣੇ ਬੰਧਨ। ਸਤਿਗੁਰੂ ਪਾਤਸ਼ਾਹ ਅੱਗੇ ਬੇਨਤੀ ਕਰਦੇ ਆ ਰਹੇ ਨੇ, ਹਮ ਅਬਗੁਣ ਭਰੇ ਇਹ ਗੁਣ ਨਾਹੀ ਅੰਮ੍ਰਿਤ ਛਾੜ, ਵਿਖਾ ਵਿਖਾ ਮਾਇਆ ਮੋਹ ਪਰਮ ਪੈ ਭੁੱਲੇ ਸੁਤਦਾਰਾ ਸਿਉ। ਪ੍ਰੀਤ ਲਗਾਈ। ਇੱਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇ ਇਹ ਮਲੰਤ ਜਮ ਤਰਾਸ। ਆ ਜਿਹੜੇ ਜਮਾਂ ਦਾ ਖੌਫ ਆ ਆਪਣੇ ਅੰਦਰ ਨਾ, ਦਿਨ ਰਾਤ ਆਪਾਂ ਡਰਾ ਰਿਹਾ, ਆਪਾਂ ਨੂੰ ਕੀ ਬਣੂਗਾ। ਇਹ ਸੰਗਤ ਵਿੱਚ ਆ ਜਾਓ ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ। ਸੁਕੇ ਕਾਸਟ ਹਰਿਆ। ਤਰਨਾ ਜੀ ਤਾਂ ਤਰਾਂਗੇ ਨਹੀਂ। ਸੰਗਤ ਹੀ ਹੈ ਇੱਕ ਜਿਹੜਾ ਭਵ ਸਾਗਰ ਤੋਂ ਪਾਰ ਕਰਦੀ ਹੈ। ਇਸ ਕਰਕੇ ਭੱਟਾ ਨੇ ਕਿ ਸੱਚੇ ਪਾਤਸ਼ਾਹ ਜੀ ਸਾਨੂੰ ਤਾਂ ਆਹ ਰਸਤਾ ਲੱਭਿਆ। ਇਹ ਰਸਤਾ ਲੱਭਣ ਦੂਰ ਨਹੀਂ ਜਾਣਾ ਪੈਂਦਾ, ਤਾਂ ਪ੍ਰੇਮ ਜਗਾਉਣਾ ਪੈਂਦਾ। ਤਾਂ ਰੋਜ਼ ਹੀ ਆਪਣੇ ਸਾਰੇ ਹਰੇਕ ਨਗਰ ਦੇ ਵਿੱਚ ਕਿਰਪਾ ਮਹਾਰਾਜ ਦੀ ਸੰਗਤ ਪੁੱਤ ਹੁੰਦੀ ਹੋਣੀ ਗੀ। ਸੰਗਤ ਕੋਈ ਦੂਰ ਨਹੀਂ ਹੈ। ਜਦੋਂ ਭਾਵੇਂ ਦੂਰ ਹੋਵੇ ਨੇੜੇ ਹੋਵੇ, ਜਦੋਂ ਪ੍ਰੇਮ ਹੁੰਦਾ ਨਾ ਫੇਰ ਨਹੀਂ। ਜਦੋਂ ਪ੍ਰੇਮ ਨਹੀਂ ਹੈ ਫੇਰ ਤਾਂ ਗੁਰਦੁਆਰਾ ਕੰਧ ਹੋਵੇ ਚਾਹੇ ਆਪਣੀ, ਭਾਗਾਂ ਤੋਂ ਬਿਨਾਂ ਨਹੀਂ। ਭਾਗ ਵੀ ਹੋਣੀ ਆ ਤਿੱਖ ਮੂਆ ਕੰਧੀ ਪਾਸ। ਜਦੋਂ ਭਾਗ ਨਿਉਣ ਨੇ ਫਿਰ ਤਾਂ ਕਹਿੰਦੇ ਜਿਵੇਂ ਨਾ ਨਦੀ ਪਾਣੀ ਦੀ ਭਰੀ ਚੱਲਦੀ ਹੈ, ਪਿਆਸਾ ਕੰਢੇ ਪਿਆ, ਹਿੰਮਤ ਨਹੀਂ ਪੈਂਦੀ ਮੈਂ ਬੁੱਕ ਭਰ ਕੇ ਪਾਣੀ ਪੀ ਲਾਂ। ਹਿੰਮਤ ਨਹੀਂ ਪੈਂਦੀ, ਹਿੰਮਤ ਨਹੀਂ ਹੈ ਆਪਣੇ ਵਿੱਚ ਮੈਂ ਦੋ ਘੜੀਆਂ ਜਾ ਕੇ ਮੈਂ ਸੰਗਤ ਕਰ ਲਾਂ। ਘੜੀ ਸੰਗਤ ਕਰ ਲਾ, ਮੈਂ ਜਾ ਕੇ ਬਹਿ ਜਾ ਗੁਰਦੁਆਰੇ। ਮੈਂ ਹਿੰਮਤ ਨਹੀਂ ਪੈਂਦੀ ਆਪਣੇ ਵਿੱਚ। ਮਾੜੇ ਭਾਗ ਨੇ, ਮਾੜੇ ਭਾਗਾਂ ਨੇ ਦੱਬੇ ਹੋਏ ਆਪਾਂ ਨੂੰ। ਇਸ ਕਰਕੇ ਭੱਟ ਕਹਿੰਦੇ ਨੇ, ਮੇਰੀ ਜਮਾ ਵਾਲੀ ਤਰਾਸ ਮਟਾਈ ਏ, ਗੁਰੂ ਜੀ ਤੇਰੀ ਸਾਧ ਸੰਗਤ ਨੇ। ਜਮਾ ਵਾਲੀ ਤਰਾਸ ਮਟਾਈ ਜੀ ਤੇਰੀ ਸਾਧ ਸੰਗਤ ਨੇ। ਜਮਾ ਵਾਲੀ ਤਰਾਸ ਮਿਟਾਈ ਹੈ, ਗੁਰੂ ਜੀ ਤੇਰੀ ਸਾਧ ਸੰਗਤ ਨੇ। ਜਮਾ ਵਾਲੀ ਤਰਾਸ ਮਿਟਾਈ ਹੈ, ਗੁਰੂ ਜੀ ਤੇਰੀ ਸਾਧ ਸੰਗਤ ਨੇ। ਗੁਰੂ ਜੀ ਤੇਰੀ ਸਾਧ ਸੰਗਤ ਨੇ। ਗੁਰੂ ਜੀ ਤੇਰੀ ਸਾਧ ਸੰਗਤ ਨੇ। ਜਮਾ ਵਾਲੀ ਤਰਾਸ ਮਟਾਈ ਹੈ, ਗੁਰੂ ਜੀ ਤੇਰੀ ਸਾਧ ਸੰਗਤ ਨੇ। ਜਮਾ
ਜੀ ਤੇਰੀ ਸਾਧ ਸੰਗਤ ਨੇ। ਗੁਰੂ ਜੀ ਤੇਰੀ ਸਾਧ ਸੰਗਤ ਨੇ। ਗੁਰੂ ਜੀ ਤੇਰੀ ਜੀ 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 ਸਾਧ ਸੰਗਤ ਨੇ। ਸਾਧ ਸੰਗਤ ਨੇ। ਸਾਧ ਸੰਗਤ ਨੇ। ਗੁਰੂ ਜੀ ਤੇਰੀ ਜੀ ਸਾਧ ਸੰਗਤ ਨੇ। ਗੁਰੂ ਜੀ ਤੇਰੀ ਜੀ ਸਾਧ ਸੰਗਤ ਨੇ। ਗੁਰੂ ਜੀ ਤੇਰੀ ਜੀ ਸਾਧ ਸੰਗਤ ਨੇ। ਜੀ ਤੇਰੀ ਜੀ ਸਾਧ ਸੰਗਤ ਨੇ। ਜਾਵਾਂ ਬੜੀ ਤਰਾਸ ਮਟਾਈ ਹੈ। ਗੁਰੂ ਜੀ ਤੇਰੀ ਸਾਧ ਸੰਗਤ ਨੇ। ਮੇਰੀ ਜਾਵਾਂ ਬੜੀ ਤਰਾਸ ਮਟਾਈ ਹੈ। ਗੁਰੂ ਜੀ ਤੇਰੀ ਸਾਧ ਸੰਗਤ ਨੇ। क्षमा वाली त्रास मिटाई है। गुरु जी तेरी साध संगत ने। मेरी जमा वाली त्रास मिटाई है। गुरु जी तेरी साध संगत ने। ਸੰਗਤ ਨੇ। ਇਸ ਕਰਕੇ ਭੱਟਾਂ ਨੇ ਕਿਹਾ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾ। ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ। ਸਤਿਗੁਰ ਆਇਓ ਸ਼ਰਨ ਤੁਹਾਰੀ। ਇੱਥੇ ਆਨੰਦ ਮਿਲਣਾ ਆਪਾਂ ਨੂੰ। ਇੱਥੇ ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਚਰਨ ਕਮਲ ਦੀ ਮੌਜ ਇੰਨੀ ਹੈ ਆਪਾਂ ਤਾਂ ਉਹੀ ਫਸੇ ਬੈਠੀ ਆ। ਚਰਨ ਕਮਲਾਂ ਦੀ ਮੌਜ ਭਗਤ ਕਬੀਰ ਤੋਂ ਪੁੱਛ ਕੇ ਦੇਖ ਲਓ। ਕਹਿਬੇ ਕੋ ਸੋਭਾ ਕਹੀ ਨਹੀਂ ਜਾਂਦੀ। ਇਹ ਤਾਂ ਆਪਾਂ ਉਹ ਕਹਿ ਰਹੇ ਹਾਂ। ਹੁਣ ਜਦੋਂ ਆਪਣੇ ਮਨ ਦੇ ਵਿੱਚ ਆਨੰਦ ਆਉਂਦਾ ਹੈ ਆਪਾਂ ਨੂੰ ਖੁਸ਼ੀ ਮਿਲਦੀ ਹੈ ਸੰਗਤ ਦੀ, ਉਹ ਕੋਈ ਦੱਸ ਸਕਦਾ ਕੋਈ? ਇਸ ਕਰਕੇ ਪਰਮੇਸ਼ਰ ਅੱਗੇ ਸੱਚੇ ਪਾਤਸ਼ਾਹ ਅੱਗੇ ਹੀ ਬੇਨਤੀ ਕਰਿਆ ਕਰੋ, ਸੱਚੇ ਪਾਤਸ਼ਾਹ ਜੀ ਵੀ ਜਿਹੜਾ ਚਰਨ ਭਾਵ ਤੇਰੇ ਚਰਨਾਂ ਵਿੱਚ ਸੁੱਖ ਹੈ ਨਾ ਉਹ ਕਿਤੇ ਨਹੀਂ ਮਿਲਦਾ, ਕਿਤੇ ਨਹੀਂ ਮਿਲਣਾ। ਇਸ ਕਰਕੇ ਇਹ ਨਹੀਂ ਕਿ ਵੀ ਜੋ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਇੱਥੇ ਮੰਗੇ ਮੰਗਣ ਆਉਂਦੇ ਆਪਾਂ ਮੈਨੂੰ ਆਹ ਦੇ ਦੇ ਮੈਨੂੰ ਆਹ ਦੇ ਦੇ, ਇਹ ਨਹੀਂ ਹੈਗਾ, ਇਹਦੇ ਵਾਸਤੇ ਨਹੀਂ ਹੈ। ਚਲੋ ਇਹ ਵੀ ਮਹਾਰਾਜ ਪੂਰੀਆਂ ਕਰਦੇ ਨੇ ਆਪਣੀਆਂ ਇੱਛਾ ਪੂਰਕ ਹੈ ਮਹਾਰਾਜ, ਪਰ ਸਭ ਤੋਂ ਵੱਡੀ ਆਪਣੇ ਮਨੁੱਖਾ ਜਨਮ ਦੀ ਸਫਲਤਾ ਵਾਸਤੇ ਆਪਾਂ ਨੂੰ ਧਰਮ ਕਰਮ ਕਰਨੇ ਪੈਣਗੇ। ਆਪਣਾ ਫਰਜ਼ ਆਪਣਾ ਇਹ ਮਨੁੱਖਾਂ ਦਾ ਬੰਦੇ ਦਾ ਕੰਮ ਆ। ਇਹ ਜਿਹੜੇ ਬੰਦੇ ਨੇ ਉਹ ਕਰਮ ਕਰਦੇ ਆ। ਇਹ ਬੰਦੇ ਸੀ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ, ਬੰਦਿਆਂ ਦੀ ਕਰਤਾਰ ਵਿੱਚ ਤਾਂ ਆਵਾਂਗੇ ਆਪਾਂ, ਨਹੀਂ ਕਤਾਰ ਵਿੱਚ ਬੰਦੇ ਦੇ ਆਉਂਦੇ ਆਪ ਗਿਣਤੀ ਵਿੱਚ। ਇਸ ਕਰਕੇ ਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ, ਸਾਨੂੰ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਹੈ ਬੜੀ, ਦਾਤਾ ਰੱਖੀ ਚਰਨਾਂ ਦੇ ਨਾਲ ਜੋੜ, ਚਰਨਾਂ ਦੀ
ਜੋੜ ਕੇ ਚਰਨਾਂ ਦੀ ਮੌਜ ਹੈ ਬੜੀ। ਦਾਤਾ ਰੱਖੀ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਦੀ ਮੌਜ ਹੈ ਬੜੀ। ਚਰਨਾਂ ਦੀ ਮੌਜ ਹੈ ਬੜੀ। ਚਰਨਾਂ ਦੀ ਮੌਜ ਹੈ ਬੜੀ। ਰੱਖੀ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਦੀ ਮੌਜ ਹੈ ਬੜੀ। ਦਾਤਾ ਰੱਖੀ ਚਰਨਾਂ ਦੇ ਨਾਲ ਜੋੜ ਚਰਨਾਂ ਦੀ ਮੌਜ ਬੜੀ। ਰੱਖੀ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਦੀ ਮੌਜ ਬੜੀ। ਰੱਖੀ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਦੀ ਮੌਜ ਬੜੀ। ਚਰਨਾਂ ਦੀ ਮੌਜ ਹੈ ਬੜੀ। ਚਰਨਾਂ ਦੀ ਦਾਤਾ ਮੌਜ ਹੈ ਬੜੀ। ਉਹ ਚਰਨਾਂ ਦੀ ਮੌਜ ਹੈ ਬੜੀ। 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 ਉਹ ਚਰਨਾਂ ਦੀ ਮੌਜ ਹੈ ਬੜੀ। ਉਹ ਚਰਨਾਂ ਦੀ ਮੌਜ ਹੈ ਬੜੀ। ਰੱਖੀ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਦੀ ਮੌਜ ਹੈ ਬੜੀ। ਦਾਤਾ ਰੱਖੀ ਚਰਨਾਂ ਦੇ ਨਾਲ ਜੋੜ ਚਰਨਾਂ ਦੀ ਮੌਜ ਹੈ ਬੜੀ। ਰੱਖੀ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਦੀ ਮੌਜ ਹੈ ਬੜੀ। ਦਾਤਾ ਰੱਖੀ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਦੀ ਮੌਜ ਬੜੀ। ਚਰਨਾਂ ਦੀ ਮੌਜ ਹੈ ਬੜੀ। ਇਸ ਕਰਕੇ ਪ੍ਰਮਾਤਮਾ ਅੱਗੇ ਇਹ ਜਿਵੇਂ ਬੇਨਤੀ ਕੀਤੀ ਹੈ ਨਾ, ਤਹਿ ਮਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ। ਸ਼ਰਨਾਈ ਆਪਾਂ ਵੀ ਬੇਨਤੀ ਕਰਿਆ ਕਰੀਏ, ਸੱਚੇ ਪਾਤਸ਼ਾਹ ਸਾਨੂੰ ਵੀ ਜੋੜ ਲੈ, ਸਾਨੂੰ ਵੀ ਨਾਲ ਰੱਖ ਲੈ, ਅਸੀਂ ਵੀ ਤੇਰੇ ਦਰ ਤੇ ਆਏ ਹਾਂ। ਜਿਉਂ ਭਾਵ ਹੈ ਤਿਉਂ ਰਾਖ ਲੈ। ਹਮ ਸ਼ਰਨ ਪ੍ਰਭ ਆਏ ਰਾਮ ਰਾਜ ਹਮ ਭੂਲ ਬਗਾੜੈ ਦਿਨ ਸਰਾਤ ਹਰ ਲਾਦ ਰਖਾਇ ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸਰ ਕਾਂਡਿਆ ਹਰ ਪੈਜ ਰਖਾਏ। ਅਸੀਂ ਵੀ ਤੇਰੇ ਦਰ ਤੇ, ਸਾਡੇ ਤੇ ਵੀ ਕਿਰਪਾ ਕਰ ਦਿਓ। ਬੇਨਤੀਆਂ ਕਰਾਂਗੇ, ਜੋਦਰੀਆਂ ਕਰਾਂਗੇ, ਹੋਰ ਵੀ ਜਿੱਥੇ ਕੁਝ ਮੰਗਦੇ ਆਪਾਂ, ਮੈਨੂੰ ਆਹ ਦੇ ਦਿਓ, ਮੈਨੂੰ ਉਹ ਦੇ ਦਿਓ, ਇਹ ਮੰਗ ਲਿਆ ਕਰੋ। ਵੱਡੀ ਚੀਜ਼ ਆ ਇਹ ਮੰਗਿਆ ਕਰੋ। ਅਕਾਲ ਪੁਰਖ ਦੇ ਕੋਲ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ। ਹੋਰ ਕੀ ਜਿਹਦਾ ਇੱਥੇ ਦੁਨੀਆ ਕੀ ਹੈ, ਹੋਰ ਦੁਨੀਆ ਤੇ ਵੀ ਜਿੰਨਾ ਚਿਰ ਰਹੀਏ ਤੇਰੇ ਚਰਨਾਂ ਜੁੜ ਕੇ ਰਹੀਏ, ਤੇਰੇ ਗੁਣ ਗਾਉਂਦੇ ਰਹੀਏ। ਬਸ
ये मंगना परमात्मा के कोलों। वक्त रोटी तो मिली जानी है आपां नूं। जे रोपे परमेश्वर नाम जपांगे फिर तो बाहल ही आनंद है। फिर तो परमेश्वर सब कुछ जो परमेश्वर ही मिलेगी, उसकी शरण ही मिलेगी, ਵੱਡਿਆਂ ਦਾ घर ही मिलेगी आपां नूं। फिर की इस करके परमेश्वर अगे यही बेनती को सच्चे पातशाह सानूं भी जोड़ लै, सानूं अपने बना लै। एक धारणा पढ़ीए फिर आपां समाप्त ते पहुँचांगे। मैं तेरा जी मैं तेरा सच्चे पातशाह, रख ले गरीब जान के। तेरा जी मैं तेरा सच्चे पातशाह, रख ले गरीब जान के। तेरा जी मैं तेरा सच्चे पातशाह, रख ले गरीब जान के। तेरा जी मैं तेरा सच्चे पातशाह, रख ले गरीब जान के। रख ले गरीब जान के। ओ रख ले गरीब जान के। तेरा जी मैं तेरा सच्चे पातशाह, रख ले गरीब जान के। मैं ता तेरा जी मैं तेरा सच्चे पातशाह, रख ले गरीब जान के। तेरा जी मैं तेरा सच्चे पातशाह, रख ले गरीब जान। तेरा जी मैं तेरा सच्चे पातशाह, रख ले गरीब जान के। रख ले गरीब जान के। ओ रख ले गरीब जान के। रख ले जी गरीब जान के। रख ले जी गरीब जान के। गरीब जान के। गरीब जान के। तेरा जी मैं तेरा सच्चे पातशाह, रख ले गरीब जान के। मैं ता तेरा जी मैं तेरा सच्चे पातशाह, रख ले गरीब जान के। तेरा जी मैं तेरा सच्चे पातशाह, रख ले गरीब जान के। तेरा जी मैं तेरा सच्चे पातशाह, रख ले गरीब जान के। रख ले गरीब जान के। रख ले गरीब जान के। इस करके परमात्मा अगे यही बेनती कर सच्चे पातशाह जी साडे ते भी कृपा कर दो, सानू भी अपने चरनां दे नाल जोड़, साडा भी ये जीवन सफला हो जाए। और इन्नियां बेनतियां प्रवान करनियां बोलदियां तुम इकनियां अनेकां प्रकार दी ऊनताइयां गुरु ग्रंथ साहिब महाराज संगत बख्शण जोग रल मिल के हुण
ਭੋਗ ਦਾ ਸ਼ਲੋਕ। ਫਿਰ ਗੁਰੂ ਕੀ ਦੇਗ, ਗੁਰੂ ਕੇ ਲੰਗਰ ਤਿਆਰ ਨੇ, ਸਭ ਨੇ ਛਕਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਧੰਨ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਨਾਮ ਜਪੈ ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਦਾ ਕਰ ਸੇਵਨੇ ਗੁਰ ਪਾਰ ਉਤਾਰਨ ਹਾਰ ਸਲੋਕ। ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਫਿਰ ਸਰਾਤ ਦੋਏ ਗਾਈ ਗਾਇਆ ਖੇਲਾ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ। ਆਪੋ ਆਪਣੀ ਤੇ ਨੇੜੇ ਤੇ ਦੂਰ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਛੇਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਛੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪੂਰਨਮਾਸ਼ੀ ਦੇ ਸ਼ੁਭ ਦਿਹਾੜੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਗਏ ਤੇ ਸਤਿਪੁਰਸ਼ਾਂ ਦੀ ਯਾਦ ਦੇ ਵਿੱਚ ਜੋ ਇਕੋਤਰੀ ਸਮਾਗਮ 1 ਜੁਲਾਈ ਤੋਂ ਆਰੰਭ ਨੇ, ਉਹ ਸਾਧ ਸੰਗਤ ਜੀ ਨਿਰੰਤਰ ਜਾਪ ਗੁਰੂ ਮਹਾਰਾਜ ਜੀਆਂ ਦੇ ਚੱਲ ਰਹੇ ਨੇ, ਜਿਨ੍ਹਾਂ ਦੀ ਸਮਾਪਤੀ 8 ਅਗਸਤ ਨੂੰ ਹੋਵੇਗੀ। ਜੋ ਦੀਵਾਨ ਨੇ ਬਾਹਰ ਪੰਡਾਲ ਦੇ ਵਿੱਚ ਵੀ ਸਾਜਣਗੇ। ਉਪਰੰਤ ਰੋਜ਼ਾਨਾ ਦੀਵਾਨ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਤੇ ਸ਼ਾਮ ਨੂੰ ਵੀ ਰੋਜ਼ਾਨਾ ਕੀਰਤਨ ਮਹਾਂਪੁਰਸ਼ਾਂ ਦੇ ਵੱਲੋਂ ਕੀਤਾ ਜਾਂਦਾ, ਜੋ ਕਿ ਗੁਰਦੁਆਰਾ ਕਿਰਪਾਲਪੁਰਾ ਸਾਹਿਬ ਖੇੜੀ ਗੌਰੀਆਂ ਫੇਸਬੁੱਕ ਦੇ ਉੱਤੇ ਲਾਈਵ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਘਰ ਬੈਠ ਕੇ ਆਨੰਦ ਮਾਣਦੀਆਂ ਨੇ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਵੱਧ ਤੋਂ ਵੱਧ ਸੰਗਤ ਦੇ ਵਿੱਚ ਹਾਜ਼ਰੀ ਭਰ ਕੇ ਆਪਣੇ ਸਮੇਂ ਸਵਾਸਾਂ ਨੂੰ ਸਫਲੇ ਬਣਾਇਆ ਕਰੋ। ਜਿਨ੍ਹਾਂ ਨੇ ਹਜੇ ਤੱਕ ਕੋਈ ਸ੍ਰੀ ਅਖੰਡ ਪਾਠ ਸਾਹਿਬ ਕੋ ਲਿਖਾਉਣਾ ਹੋਵੇ ਉਹ ਵੀ ਭਾਈ ਲਿਖਾ ਸਕਦੇ ਨੇ, ਤੇ ਜਿਨ੍ਹਾਂ ਦੇ ਲਿਖਾਏ ਹੋਏ ਨੇ ਉਹ ਆਪਣੇ ਅਖੰਡ ਪਾਠ ਸਾਹਿਬ ਦੀ ਤਰੀਕ ਬਾਰੇ ਜੇ ਕਨਫਰਮ ਕਰਨਾ ਹੋਵੇ ਭਾਈ ਕਰ ਸਕਦੇ ਹੋ। ਸੋ ਅਗਲੀ ਬੇਨਤੀ, ਜੋ ਅਗਲੀ ਪੂਰਨਮਾਸ਼ੀ ਹੈ 12 ਅਗਸਤ
2022 ਦਿਨ ਸ਼ੁੱਕਰਵਾਰ ਦੀ ਹੈ ਜੀ। ਦੇਸੀ 28 ਸਾਉਣ। ਅਗਲੀ ਪੂਰਨਮਾਸ਼ੀ 12 ਅਗਸਤ ਦਿਨ ਸ਼ੁੱਕਰਵਾਰ, ਦੇਸੀ 28 ਸਾਉਣ ਦੀ ਹੈ ਜੀ। ਜਿਹੜੀਆਂ ਬੀਬੀਆਂ ਨੇ ਆਪਣੇ ਬੱਚਿਆਂ ਦੇ ਨਾਂ ਰੱਖਣੇ ਨੇ, ਹੁਕਮਨਾਮਾ ਸਾਹਿਬ ਦਾ ਪਹਿਲਾ ਅੱਖਰ ਹੈ ਸੱਸਾ, ਜੱਜਾ ਤੇ ਤੱਤਾ। ਸਾਧ ਸੰਗਤ ਜੀ, ਤੁਸੀਂ ਇਹ ਹੁਕਮਨਾਮਾ ਸਾਹਿਬ ਦੇ ਅੱਖਰਾਂ ਤੇ ਆਪਣੇ ਬੱਚਿਆਂ ਦੇ ਨਾਂ ਰੱਖਦੇ ਹੋ ਸਕਦੇ ਹੋ। ਸੱਸਾ, ਜੱਜਾ ਤੇ ਤੱਤਾ ਇਹ ਹੁਕਮਨਾਮਾ ਸਾਹਿਬ ਜੀਆਂ ਦੇ ਪਹਿਲੇ ਅੱਖਰ ਨੇ। ਸੋ ਅਗਲੀ ਬੇਨਤੀ ਜੋ ਆਪਣੇ ਦਰਬਾਰ ਸਾਹਿਬ ਦੀ ਸਾਧ ਸੰਗਤ ਜੀ ਕਾਰ ਸੇਵਾ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਚੱਲ ਰਹੀ ਹੈ, ਉਹਦੇ ਵਿੱਚ ਬੇਅੰਤ ਸੰਗਤਾਂ ਦੇ ਵੱਲੋਂ ਮਹਾਂਪੁਰਸ਼ਾਂ ਦੇ ਕੋਲ ਮਾਇਆ ਅਰਦਾਸ ਸੇਵਾ ਕਰਵਾਈ ਜਾਂਦੀ ਹੈ। ਸੋ ਉਹਨਾਂ ਵੀਰਾਂ ਦੇ ਨਾਂ ਇਸ ਪ੍ਰਕਾਰ ਨੇ। ਗੁੱਡੀ ਹਰਪ੍ਰੀਤ ਕੌਰ ਕੈਨੇਡਾ ਤੋਂ, ਜੋ ਪਿੰਡ